ਸਾਹਿਬ ਜੀਓ। ਮੈਂ ਨਾਹੀਂ ਕਛ ਹਾਉ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲੇਹ, ਸਧਨਾ ਜਨ ਤੋਰਾ। ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ। ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡ ਹੰਸ ਮਹਲਾ ਤੀਜਾ। ਮਨ ਮੇਰਿਆ ਜਨਮ ਪਦਾਰਥ ਪਾਇ ਕੈ, ਇਕ ਸੱਚ ਲੱਗੇ ਵਾਪਾਰਾ। ਸਤਿਗੁਰ ਸੇਵਨ ਆਪਣਾ, ਅੰਤਰ ਸ਼ਬਦ ਅਪਾਰਾ। ਮਨ ਮੇਰਿਆ ਜਨਮ ਪਦਾਰਥ ਪਾਇ ਕੈ, ਇਕ ਸੱਚ ਲੱਗੇ ਵਾਪਾਰਾ। ਸਤਿਗੁਰ ਸੇਵਨ ਆਪਣਾ, ਅੰਤਰ ਸ਼ਬਦ ਅਪਾਰਾ। ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ। ਨਾਮੇ ਨੌ ਨਿਧ ਪਾਈ, ਮਨ ਮੁਖ ਮਾਇਆ ਮੋਹ ਵਿਆਪੇ। ਦੁਖ ਸੰਤਾਪੇ, ਦੂਜੈ ਪਤ ਗਵਾਈ। ਹਉ ਮੈਂ ਮਾਰ ਸੱਚ ਸ਼ਬਦ ਸਮਾਣੇ, ਸੱਚ ਰਤੇ ਅਧਿਕਾਈ। ਨਾਨਕ ਮਾਨਸ ਜਨਮ ਦੁਲੰਭ ਹੈ, ਸਤਿਗੁਰ ਬੂਝ ਬੁਝਾਈ। ਹਉ ਮੈਂ ਮਾਰ ਸੱਚ ਸ਼ਬਦ ਸਮਾਣੇ, ਸੱਚ ਰਤੇ ਅਧਿਕਾਈ। ਨਾਨਕ ਮਾਨਸ ਜਨਮ ਦੁਲੰਭ ਹੈ, ਸਤਿਗੁਰ ਬੂਝ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਗਰੀਬ ਨਿਵਾਸ ਘਟ ਘਟ ਕੇ ਵਾਸੀ। ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ। ਤਿਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤੇ। ਹਰ ਰੋਜ਼ ਦੀ ਤਰ੍ਹਾਂ ਅੱਜ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਿਆ। ਸਾਨੂੰ ਉਪਦੇਸ਼ ਪ੍ਰਾਪਤ ਹੋਇਆ ਅਤੇ ਸਾਡੇ ਅੰਦਰ ਦੀਆਂ ਹਾਲਤਾਂ ਦਾ ਵਰਣਨ ਵੀ ਮਹਾਰਾਜ ਨੇ ਸ਼ਬਦ ਦੇ ਦੁਆਰਾ ਹੀ ਕੀਤਾ ਹੁੰਦਾ। ਅਸਾਂ ਉਸ ਨੂੰ ਸਮਝਣਾ ਹੁੰਦਾ, ਕਿਉਂਕਿ ਕਿਤੇ ਕਿਸੇ ਇੱਕ ਵਿਅਕਤੀ ਦਾ ਨਾਂ ਲੈ ਕੇ ਪਰਟੀਕੂਲਰ ਕਿਸੇ ਵਿਅਕਤੀ 'ਤੇ ਅਟੈਕ ਨਹੀਂ ਹੈ। ਇਹ ਸਾਡੇ ਸਾਰਿਆਂ ਦੀ ਬਹੁਗਿਣਤੀ ਦੀ ਹਾਲਾਤ ਹੁੰਦੀ ਹੈ ਅਤੇ ਸਾਡੇ ਬਹੁਤਿਆਂ ਦੀ ਹਾਲਾਤ ਐਸੀ ਬਣ ਜਾਂਦੀ ਹੈ। ਅੰਦਰ ਕਈ ਪ੍ਰਕਾਰ ਦੇ ਕਲੇਸ਼ ਨੇ, ਦੁੱਖ ਨੇ, ਸੰਤਾਪ ਨੇ, ਡਰ ਨੇ, ਅਤੇ ਉਹਨਾਂ ਡਰਾਂ ਦੇ ਸਦਕੇ ਸਾਡੇ ਅੰਦਰ ਇੱਕ ਤਪਸ਼ ਪੈਦਾ ਹੋ ਜਾਂਦੀ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਬੇਕਰਾਰੀ ਵਧੀ ਹੁੰਦੀ ਹੈ। ਬਹੁਤ ਜੀ ਜਿਹੜੇ ਨੇ ਬੇਕਰਾਰ ਨੇ, ਅਤੇ ਸਾਡੇ ਅੰਦਰ ਇਹ ਬੇਕਰਾਰੀਆਂ ਪੈਦਾ ਨਾ ਹੋਵਣ, ਸਾਡੇ ਅੰਦਰ ਇਹ ਹਉਮੈ ਦੀ ਤਪਸ਼ ਨਾ ਵਧੇ, ਅਸੀਂ ਬਚ ਸਕੀਏ। ਕੀ ਕਰੀਏ ਫਿਰ? ਇਹ ਸ਼ਬਦ ਵਿੱਚ ਜੁਗਤਾ ਮਹਾਰਾਜ ਸਾਨੂੰ ਫਿਰ ਗਿਆਨ ਉਪਦੇਸ਼ ਦਿੰਦੇ ਨੇ। ਮਹਾਰਾਜ ਸਾਨੂੰ ਦੱਸ ਰਹੇ ਨੇ, ਲਗਾਤਾਰ ਅਸੀਂ ਵਾਚ ਰਹੇ ਹਾਂ। ਰਾਗ ਵਡਹੰਸ ਤੇ ਬਹੁਤ ਹੀ ਫਿਲਾਸਫੀਕਲ ਦਾਰਸ਼ਨਿਕ ਪੱਖ ਦੇ ਸ਼ਬਦ ਨੇ ਮਹਾਰਾਜ ਦੇ। ਕੱਲ੍ਹ ਸਾਨੂੰ ਮਹਾਰਾਜ ਸਮਝਾ ਰਹੇ ਸਨ ਕਿ ਭਾਈ ਹਰ ਇੱਕ ਜੀ ਦੇ ਅੰਦਰ ਕਰਤਾ ਪੁਰਖ ਜੀ ਨੇ ਆਪਣੀ ਬਖਸ਼ਿਸ਼ ਦਾ ਖਜ਼ਾਨਾ ਰੱਖਿਆ ਹੋਇਆ, ਜਿਸ ਨੂੰ ਨਾਮ ਖਜ਼ਾਨਾ ਕਹਿੰਦੇ, ਕੋਈ ਹੋਰ ਕਈਆਂ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ। ਉਹ ਸਾਡੇ ਸਾਰਿਆਂ ਦੇ ਅੰਦਰ ਕਰਤੇ ਨੇ ਆਪਣੀ ਬਖਸ਼ਿਸ਼ ਦਾ, ਆਪਣੇ ਪਿਆਰ ਦਾ ਖਜ਼ਾਨਾ ਰੱਖ ਦਿੱਤਾ ਹੈ। ਅਤੇ ਅਸਾਂ ਕੀ ਕਰਨਾ ਹੈ? ਉਸ ਬਖਸ਼ਿਸ਼ ਦੇ ਖਜ਼ਾਨੇ ਤੱਕ ਪਹੁੰਚ ਕਰਨੀ ਹੈ। ਬਸ ਅੱਜ ਜਿਤਨਾ ਜਪ ਤਪ ਪੂਜਾ ਪਾਠ ਅਭਿਆਸ ਸਿਆਣੇ ਵੱਖਰੇ ਵੱਖਰੇ ਤਰੀਕਿਆਂ ਨਾਲ ਕਰਦੇ ਨੇ, ਅਸੀਂ ਤੇ ਨਾਦਾਨ ਲੋਕ ਇੱਕ ਦੂਜੇ 'ਤੇ ਤਰੀਕਿਆਂ 'ਤੇ ਟਿੱਪਣੀਆਂ ਕਰ ਕਰਕੇ ਉਲਝੇ ਰਹਿੰਦੇ ਹਾਂ। ਅਸੀਂ ਆਪਣੀ ਮੰਜ਼ਿਲ ਨਹੀਂ ਦੇਖ ਪਾ ਰਹੇ। ਅਸਲੀਅਤ ਵਿੱਚ ਹਰ ਧਾਰਮਿਕ ਵਿਅਕਤੀ ਦੀ ਮੰਜ਼ਿਲ ਇੱਕ ਹੈ, ਉਸ ਆਨੰਦ ਦੀ ਪ੍ਰਾਪਤੀ ਕਰਨੀ, ਆਪਣੇ ਕਰਤਾ ਪੁਰਖ ਦੀ ਉਸ ਬਖਸ਼ਿਸ਼ ਨੂੰ ਪ੍ਰਾਪਤ ਕਰਨਾ, ਜਿਹੜੀ ਬਖਸ਼ਿਸ਼ ਸਾਹਿਬ ਨੇ ਸਾਡੇ ਸਭ ਦੇ ਅੰਦਰ ਰੱਖੀ ਹੋਈ ਹੈ। ਉਸੇ ਨੂੰ ਮਹਾਰਾਜ ਨੇ ਖਜ਼ਾਨਾ ਕਿਹਾ, ਕਿਉਂਕਿ ਉਹ ਅਮੁੱਕ ਹੈ। ਉਹ ਬਖਸ਼ਿਸ਼ ਕਦੇ ਮੁੱਕਦੀ ਨਹੀਂ ਵੀ ਅਸੀਂ ਕਿਤਨੇ ਕੰਮ ਲੈ ਲਏ, ਕਿਤਨੀ ਅਰਦਾਸਾਂ ਕਰ ਲਈਆਂ, ਨਹੀਂ, ਸਗੋਂ ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਸਾਡੇ ਸਾਰਿਆਂ ਦੇ ਅੰਦਰ ਹੈ। ਫਿਰ ਅਗਲੀ ਗੱਲ ਹੈ ਵੀ ਅਸੀਂ ਉੱਥੇ ਪਹੁੰਚੇ ਨਹੀਂ, ਸਾਨੂੰ ਤਾਂ ਨਹੀਂ ਪਤਾ। ਮਹਾਰਾਜ ਅੱਜ ਉਹਦੀ ਗੱਲ ਕਰਨੇ, ਭਾਈ ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾਪਾਰਾ। ਵੀ ਜਨਮ ਤੇ ਸਭ ਨੂੰ ਪ੍ਰਾਪਤ ਹੋਇਆ ਨਾ। ਅਸੀਂ ਜਿਤਨੇ ਵੀ ਇੱਥੇ ਸੰਸਾਰ ਵਿੱਚ ਜੀਵ ਮੰਡਲ ਵਿੱਚ ਆਏ ਹਾਂ, ਸਭ ਨੂੰ ਜਨਮ ਪ੍ਰਾਪਤ ਹੋਇਆ। ਚਲੋ ਅਸੀਂ ਇੱਥੇ ਬੈਠ ਕੇ ਬਾਕੀ ਜੀਵਾਂ ਦੀ ਗੱਲ ਨਹੀਂ ਕਰਦੇ। ਹੁਣ ਤੇ 84 ਲੱਖ ਜੂਨਾਂ ਗੁਰਬਾਣੀ 'ਚ ਕਿਹਾ ਗਿਆ, ਸਭ ਨੂੰ ਜਨਮ ਹੀ ਮਿਲੇ ਆ ਨਾ। ਜਨਮ ਦੇ ਢੰਗ ਪ੍ਰਕਿਰਿਆ ਅਲੱਗ ਅਲੱਗ ਹੋਣਗੀਆਂ, ਪਰ ਜਨਮ ਤੇ ਮਿਲੇ ਆ ਨਾ। ਇੱਥੇ ਗੱਲ ਸਿਰਫ ਸਾਡੀ ਹੈ, ਮਨੁੱਖਾਂ ਦੀ। ਸਾਡੇ ਵਿੱਚ ਬਹੁਤ ਸਾਰੇ ਪਿਆਰੇ ਉਹ ਨੇ, ਇਹ ਜਨਮ ਪ੍ਰਾਪਤ ਹੋਇਆ। ਇਹਨੂੰ ਜਨਮ ਪਦਾਰਥ ਕਹਿੰਦੇ ਨੇ। ਇਹ ਜਨਮ ਨੂੰ ਪਦਾਰਥ ਨੂੰ ਪ੍ਰਾਪਤ ਕਰਕੇ ਫਿਰ ਸੱਚ ਦੇ ਵਪਾਰ 'ਚ ਜੁਟ ਗਏ। ਪਦਾਰਥ ਨੂੰ ਅਸੀਂ ਕਈ ਵਾਰ ਵਖਦੇ ਹਾਂ ਕਿ ਵਸਤੂ ਨੂੰ ਪਦਾਰਥ ਆਪਾਂ ਕਹਿ ਦਿੰਦੇ ਹਾਂ। ਗਿਆਨੀਆਂ ਨੇ 4 ਪਦਾਰਥ ਮੰਨੇ ਨੇ। ਜੀਵ ਦੇ ਅਤੇ ਪਰਮਾਤਮਾ ਦੇ ਸੰਬੰਧਾਂ ਨੂੰ ਗਹਿਰਾ ਜੁੜਾਓ ਪੈਦਾ ਕਰਨ ਵਾਸਤੇ ਧਰਮ, ਅਰਥ, ਕਾਮ ਅਤੇ ਮੋਖ, ਇਹ ਗਿਆਨੀਆਂ ਨੇ 4 ਪਦਾਰਥ ਮੰਨੇ ਨੇ। ਔਰ ਲੋਕਾਂ ਦੀ ਪਹੁੰਚ ਬਣ ਰਹੀ ਹੈ ਕਿ 4 ਪਦਾਰਥ ਪ੍ਰਾਪਤ ਕਰੀਏ। ਅਤੇ ਮਹਾਰਾਜ ਨੇ ਇੱਕ ਥਾਂ ਬਚਨ ਵੀ ਕੀਤਾ, ਭਾਈ
ਸਤ ਸੰਗਤ ਵਿੱਚ ਆ ਜਾਓ, ਇਹ ਚਾਰੇ ਸਟੈਪ ਤੁਹਾਨੂੰ ਪ੍ਰਾਪਤ ਹੋ ਜਾਣਗੇ। ਦਰਅਸਲ ਇਹ ਪਦਾਰਥ ਜਿਹੜੇ ਹੁੰਦੇ ਨੇ ਇੱਕ ਅਵਸਥਾਵਾਂ ਹੁੰਦੇ ਨੇ। ਜਿਵੇਂ ਕਿਸੇ ਵਿਦਿਆ ਦੇ ਸਿਖਰ ਤੱਕ ਪਹੁੰਚਣ ਵਾਸਤੇ ਸਾਨੂੰ ਕਈਆਂ ਜਮਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ, ਕਈ ਸਟੈਪ 'ਤੇ ਸਾਨੂੰ ਇਮਤਿਹਾਨ ਦੇਣੇ ਪੈਂਦੇ ਨੇ, ਤਦ ਕਿਤੇ ਜਾ ਕੇ ਵਿਦਿਆ ਦਾ ਸਿਖਰ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਪ੍ਰਭੂ ਜੀ ਦੇ ਨਾਲ ਮਿਲਾਪ ਦਾ ਸਿਖਰ ਪ੍ਰਾਪਤ ਹੋਵੇ, ਸਾਨੂੰ ਮਿਲਾਪ ਹਾਸਲ ਹੋਵੇ, ਸਾਨੂੰ ਇਹ ਪਹਿਲੇ 3 ਸਟੈਪ ਗੁਜ਼ਾਰਨੇ ਪੈਂਦੇ ਨੇ, ਧਰਮ, ਅਰਥ, ਕਾਮ, ਅਤੇ ਫਿਰ ਜਾ ਕੇ ਹੁੰਦਾ ਮੋਕਸ਼। ਉਹ ਮੋਖ ਦਰਵਾਜ਼ਾ ਜਿਸ ਤੋਂ ਅੱਗੇ ਜਾ ਕੇ ਪ੍ਰਭੂ ਦੀ ਬਖਸ਼ਿਸ਼, ਜਿਹਨੂੰ ਸੋਦਰ ਵੀ ਕਹਿ ਦਿੱਤਾ ਜਾਂਦਾ। ਇਹ ਗਿਆਨੀਆਂ ਦੀ ਬਣਤਰ ਅਤੇ ਮਹਾਰਾਜ ਕਿਲਗੇ ਜੇ ਚਾਹੀਦੇ ਨੇ ਤੇ ਭਾਈ ਸੰਗਤ ਵਿੱਚ ਆ ਜਾ, ਇੱਥੋਂ ਇਹਨਾਂ ਨੂੰ ਪ੍ਰਾਪਤ ਕਰਨ ਦਾ ਬਲ ਮਿਲ ਜਾਂਦਾ ਹੈ। ਇਹ ਨਹੀਂ ਕਿ ਆਏ ਤੇ ਮੁਕਤੀ ਮਿਲ ਜਾਏ ਕਿਸੇ ਦੀ, ਇਸ ਰਾਹ 'ਤੇ ਤੁਰਨ ਦਾ ਤੈਨੂੰ ਬਲ ਮਿਲੇਗਾ। ਤੂੰ ਕਰਨਾ ਤੇ ਤੂੰ ਹੈ, ਬਲ ਕਰਤੇ ਦਾ ਹੋਏਗਾ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਦਾਰਸ਼ਨਿਕ ਤਰੀਕੇ ਦੇ ਨਾਲ ਇਸ ਅਵਸਥਾਵਾਂ ਨੂੰ, ਇਹਨਾਂ ਰਾਹਾਂ 'ਤੇ ਤੁਰਨ ਵਾਲੇ ਜੀ ਨੂੰ 4 ਸ਼ਬਦ ਹੋਰ ਦਿੱਤੇ ਨੇ ਪਦਾਰਥ ਮੰਡਲ ਵਿੱਚ ਹੀ। ਆ ਜਨਮ ਪਦਾਰਥ ਸਭ ਨੂੰ ਪ੍ਰਾਪਤ ਹੋਇਆ ਨਾ। ਇਸ ਤੋਂ ਬਾਅਦ ਵਿੱਚ ਇੱਕ ਪਦਾਰਥ ਹੈ ਗਿਆਨ ਪਦਾਰਥ, ਉਹ ਵੀ ਪ੍ਰਾਪਤ ਹੋ ਜਾਂਦਾ। ਗਾਹੇ ਬਗਾਹੇ ਬਹੁਤੇ ਜੀਆਂ ਨੂੰ ਜਾਣਕਾਰੀ ਮਿਲ ਜਾਂਦੀ ਹੈ, ਔਰ ਬਹੁਤ ਸਾਰੇ ਜੀਆਂ ਨੂੰ ਪ੍ਰਮਾਤਮਾ ਦੇ ਬਾਬਤ ਵੀ ਜਾਣਕਾਰੀ ਮਿਲ ਜਾਂਦੀ ਹੈ। ਇਹ 'ਚ ਕੋਈ ਦੋ ਰਾਏ ਨਹੀਂ। ਗਿਆਨੀਆਂ ਨੂੰ, ਵੇਦ ਸ਼ਾਸਤਰ ਪੜ੍ਹਿਆਂ ਨੂੰ, ਬਹੁਤ ਜਿਹੜੇ ਬਾਣੀ ਦਾ ਅਭਿਆਸ ਕਰਦੇ ਨੇ, ਰੱਬ ਦੇ ਬਾਰੇ ਬਹੁਤ ਸਾਰੇ ਭੇਤ ਖੁੱਲ੍ਹ ਜਾਂਦੇ ਨੇ। ਰੱਬ ਦੇ ਬਾਰੇ ਗਿਆਨ ਹੋ ਗਿਆ, ਜਾਣਕਾਰੀ ਹੋ ਗਈ, ਪਰ ਅੱਗੇ ਇੱਕ ਚੀਜ਼ ਹੋਰ ਰਹਿ ਜਾਂਦੀ ਹੈ, ਪ੍ਰੇਮ ਪਦਾਰਥ। ਗਿਆਨ ਪਦਾਰਥ ਪ੍ਰਾਪਤ ਹੋ ਗਿਆ ਅਤੇ ਅਗਰ ਪ੍ਰੇਮ ਨਹੀਂ ਪ੍ਰਾਪਤ ਹੋਇਆ ਤਾਂ ਹੰਕਾਰ 'ਚ ਤਬਦੀਲ ਹੋ ਜਾਏਗਾ। ਇਸੇ ਕਰਕੇ ਬਹੁਤੇ ਗਿਆਨੀਆਂ ਨੂੰ ਪੜ੍ਹੀਦਾ ਅਤੇ ਸੁਣੀਦਾ ਅਤੇ ਕਈ ਵਾਰ ਮਿਲਣ ਦਾ ਮੌਕਾ ਮਿਲਦਾ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਹੁੰਦਾ, ਉਹਨਾਂ ਦੇ ਅੰਦਰ ਫਿਰ ਹੰਕਾਰ ਹੁੰਦਾ ਹੈ। ਉਹ ਆਪਣੀ ਵਿਦਿਆ ਦਾ ਹੰਕਾਰ ਕਰ ਬੈਠੇ ਹੁੰਦੇ। ਸਾਡੇ 'ਚ ਬਹੁਤ ਸਾਰੇ ਲੋਕ ਨੇ ਜੋ ਆਪਣੀ ਵਿਦਿਆ ਦਾ ਹੰਕਾਰ ਕਰ ਬੈਠੇ, ਅਤੇ ਜੇ ਹੰਕਾਰ ਨਹੀਂ ਹੋਇਆ, ਪ੍ਰੇਮ ਨਹੀਂ ਪ੍ਰਾਪਤ ਹੋਇਆ ਅਤੇ ਹੰਕਾਰ ਵੀ ਨਹੀਂ ਮਿਲਿਆ, ਅਤੇ ਫਿਰ ਵਿਦਿਆ ਦੇ ਸਦਕੇ ਲੋਭ ਪੈਦਾ ਹੋ ਜਾਂਦਾ ਹੈ। ਇਸ ਕਰਕੇ ਬਹੁਤ ਖੇਤਰਾਂ 'ਚ ਵੇਖਿਆ ਹੋਣਾ ਹੈ, ਖਾਸ ਕਰਕੇ ਧਾਰਮਿਕ ਖੇਤਰ ਦੇ ਜੋ ਪਹਿਲੇ ਦੂਜੇ ਪੜਾਵ ਨੇ, ਉੱਥੇ ਅਗਰ ਕੋਈ ਵਿਦਵਾਨ ਵਿਅਕਤੀ ਪਹੁੰਚ ਜਾ ਕਰ ਲੈਂਦਾ ਹੈ ਅਤੇ ਮੰਨ ਲਿਆ ਉਹ ਹੰਕਾਰ ਤੋਂ ਬਚ ਵੀ ਜਾਂਦਾ ਹੈ, ਪਰ ਉਹਦੇ ਅੰਦਰ ਲੋਭ ਪੈਦਾ ਹੋ ਜਾਂਦਾ ਹੈ। ਇਸੇ ਕਰਕੇ ਧਾਰਮਿਕ ਮੰਡਲਾਂ ਦੇ ਵਿੱਚ ਲੋਭ ਪ੍ਰਬਲ ਮਾਤਰਾ 'ਚ ਸਾਨੂੰ ਦਿਸਦਾ ਹੈ, ਬਹੁਤ ਵੱਡੇ ਮਾਤਰਾ 'ਚ ਲੋਭ ਸਾਨੂੰ ਨਜ਼ਰ ਆਉਂਦਾ ਹੈ। ਔਰ ਉਹ ਲੋਭ ਐਸਾ ਹੈ ਕਿ ਨਿੱਕੇ ਨਿੱਕੇ ਮੰਡਲਾਂ 'ਤੇ, ਹਰ ਵਕਤ ਨਿੱਕੇ ਨਿੱਕੇ ਮੰਡਲਾਂ 'ਤੇ ਲੋਭ ਦੇ ਕਿਣਕਾ, ਲੋਭ ਦੀ ਪ੍ਰਕਿਰਤੀ ਨਜ਼ਰ ਆਉਂਦੀ, ਔਰ ਬੜੇ ਵੱਡੇ ਪੱਧਰ ਤੱਕ ਚੱਲਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਗਿਆਨ ਪਦਾਰਥ ਪ੍ਰਾਪਤ ਹੋ ਜਾਏ ਅਤੇ ਨਾਲ ਪ੍ਰੇਮ ਪਦਾਰਥ ਪ੍ਰਾਪਤ ਕਰਨਾ, ਕਿਉਂਕਿ ਪ੍ਰੇਮ ਦੇ ਸਦਕੇ ਹੀ ਅਗਲੀ ਬਖਸ਼ਿਸ਼ ਮਿਲਣੀ ਹੈ, ਜਿਸ ਨੂੰ ਗੁਰੂ ਨਾਨਕ ਬਾਣੀ ਵਿੱਚ ਨਾਮ ਪਦਾਰਥ ਕਿਹਾ ਗਿਆ। ਨਾਮ ਪਦਾਰਥ ਪ੍ਰਾਪਤ ਹੋ ਗਿਆ ਅਤੇ ਸਮਝ ਲਓ ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਬਣ ਗਏ। ਤੁਹਾਨੂੰ ਉਹ ਖਜ਼ਾਨਾ ਮਿਲ ਗਿਆ ਜੋ ਸਾਡੇ ਸਭ ਦੇ ਅੰਦਰ ਕਰਤੇ ਨੇ ਪਾ ਕੇ ਦਿੱਤਾ। ਹੁਣ ਸਾਨੂੰ ਵੱਖਰੇ ਵੱਖਰੇ ਥਾਵਾਂ 'ਤੇ ਭਟਕਣ ਦੀ ਜ਼ਰੂਰਤ ਨਹੀਂ ਰਹਿ ਜਾਏਗੀ। ਸਾਨੂੰ ਵੱਖਰੇ ਪਦਾਰਥ, ਧਰਮ, ਅਰਥ ਆਦਿਕ ਦੀ ਵਿਆਖਿਆਵਾਂ ਦੀ ਜ਼ਰੂਰਤ ਨਹੀਂ ਰਹਿ ਜਾਏਗੀ, ਕਿਉਂਕਿ ਇੰਨਾ ਬਲ ਹੈ, ਇੰਨਾ ਪ੍ਰਕਾਸ਼ ਨਾਮ ਦੇ ਵਿੱਚ। ਗੁਰਦੇਵ ਕਿਰਪਾ ਕਰਨ ਸਾਨੂੰ ਮਿਲੇ, ਅਸੀਂ ਇਸ ਰਾਹ 'ਤੇ ਤੁਰੀਏ। ਇੱਥੇ ਬੈਠੇ ਹੋਏ ਅਸੀਂ ਗਿਆਨ ਅਤੇ ਪ੍ਰੇਮ ਦੀ ਸਾਂਝੀ ਗੱਲ ਕਰ ਸਕੀਏ, ਔਰ ਗੁਰਬਾਣੀ ਵਿੱਚ ਇਹਨਾਂ ਦੋਵਾਂ ਦੀ ਸਾਂਝੀ ਗੱਲ ਹੈ। ਗਿਆਨ ਦੀ ਵੀ ਇੰਤਹਾ ਹੈ, ਕਿਤਨਾ ਕੁ ਗਿਆਨ ਅਸੀਂ ਪ੍ਰਾਪਤ ਕਰ ਸਕਾਂਗੇ ਗੁਰਬਾਣੀ 'ਚ ਬਹੁਤ ਹੈ। ਪਰ ਚੇਤਾ ਰੱਖਣਾ, ਗੁਰਬਾਣੀ ਦਾ ਗਿਆਨ ਜਾਂ ਸੰਸਾਰ ਦਾ ਗਿਆਨ ਸੰਮਿਲਿਤ ਰੂਪ 'ਚ ਪ੍ਰਾਪਤ ਕਰੀਏ, ਪਰ ਪ੍ਰੇਮ ਜ਼ਰੂਰ ਪ੍ਰਾਪਤ ਕਰੀਏ, ਮੰਗ ਕਰੀਏ। ਇਸੇ ਕਰਕੇ ਪਾਵਨ ਬਾਣੀ 'ਚ ਥਾਂ ਜ਼ਿਕਰ ਵੀ ਹੈ, ਪ੍ਰੀਤ ਇੱਕ ਦਾਤ ਹੈ, ਪ੍ਰੇਮ ਇੱਕ ਦਾਤ ਹੈ। ਪ੍ਰੇਮ ਕਰਤੇ ਦੀ ਸਭ ਤੋਂ ਕੀਮਤੀ ਅਤੇ ਕੋਮਲ ਕਲਾ ਹੈ, ਔਰ ਹਰ ਇੱਕ ਨੂੰ ਨਹੀਂ ਮਿਲਦੀ। ਸਾਈ ਪ੍ਰੀਤ ਜੇ ਆਪੇ ਲਾਏ, ਪ੍ਰੇਮ ਹੈ ਪ੍ਰੀਤ। ਅੱਜ ਨੂੰ ਅਸੀਂ ਪ੍ਰੇਮ ਪ੍ਰੀਤ ਕਹੀ ਜਾਣੇ ਹੁੰਦੇ ਆ ਨਾ, ਆਪਣੇ ਪਰਿਵਾਰਾਂ 'ਚ, ਆਪਣੇ ਸਮਾਜ ਵਿੱਚ। ਇਹ ਤਾਂ ਬਹੁਤਾਤ ਵਿੱਚ ਮੋਹ ਹੁੰਦਾ ਹੈ, ਮੋਹ ਦਾ ਬਦਲਵਾਂ ਰੂਪ ਹੁੰਦਾ। ਠੀਕ ਹੈ, ਬੱਚਿਆਂ ਨਾਲ ਅਸੀਂ ਕਹਿੰਦੇ ਬੜਾ ਪ੍ਰੇਮ ਹੈ ਜੀ, ਨਹੀਂ, ਐਕਚੁਅਲ 'ਚ ਮੋਹ ਹੁੰਦਾ ਹੈ। ਉਹੀ ਬੱਚੇ ਕੱਲ੍ਹ ਨੂੰ ਸਾਡਾ ਕਹਿਣਾ ਨਹੀਂ ਮੰਨਦੇ
ਤੇ ਅਸੀਂ ਫਿਰ ਪ੍ਰੇਮ ਨਾ ਹੁਣ ਗੁੱਸਾ ਹੋ ਗਏ। ਜੇ ਪ੍ਰੇਮ ਹੈ ਤੇ ਰੁੱਸਣਾ ਨਹੀਂ ਹੋਏਗਾ। ਅਸੀਂ ਆਪਣੇ ਭੈਣ ਭਰਾਵਾਂ ਨੂੰ ਦੇਖਿਆ ਰੁੱਸ ਜਾਂਦੇ ਹਾਂ। ਚਲੋ ਬਚਪਨ 'ਚ ਰੁੱਸਦੇ ਹੀ ਸਮਝ ਆਈ ਵੀ ਨਾਦਾਨ ਸੀਗੇ। ਵੱਡੇ ਵੱਡੇ ਡਿਗਰੀਆਂ ਦੇ ਹੋਲਡਰ ਜੋ ਲੋਕਾਂ ਨੂੰ ਸਮਝਾਉਂਦੇ ਨੇ, ਪੜ੍ਹਾਉਂਦੇ ਨੇ, ਪੁੱਛੀਏ ਭੈਣ ਭਰਾ ਬੋਲਦੇ ਕਿਉਂ ਨਹੀਂ? ਇਹਨੇ ਜੋ ਗੁੱਸੇ ਹੈ ਇੱਕ ਦੂਜੇ ਨੂੰ, ਕਿਉਂ? ਉਹਨੇ ਆਹ ਗੱਲ ਮੇਰੀ ਮੰਨੀ ਨਹੀਂ, ਉਹਨੇ ਆਹ ਗੱਲ ਇੱਦਾਂ ਕਰ ਦਿੱਤੀ, ਗੁੱਸਾ ਹੋ ਗਿਆ। ਇਹਦਾ ਮਤਲਬ ਅੰਦਰ ਪ੍ਰੇਮ ਨਹੀਂ ਸੀ। ਜੋ ਜਾਪਦਾ ਸੀ ਕਿ ਬੜਾ ਭੈਣ ਭਰਾ ਦਾ ਪ੍ਰੇਮ ਹੈ, ਉਹਦੇ ਵਿੱਚ ਕੋਈ ਲਾਲਚ, ਕੋਈ ਮੋਹ, ਕੋਈ ਹੋਰ ਕਾਰਕ ਕੰਮ ਕਰ ਰਿਹਾ ਸੀ ਜੋ ਉਹਨੂੰ ਜੋੜ ਕੇ ਬੈਠਾ ਸੀ। ਅਧਿਕਾਂਸ਼ ਮੋਹ ਹੁੰਦਾ ਹੈ, ਵਿੱਚ ਲੋਭ ਹੋ ਜਾਂਦਾ ਹੈ। ਅਤੇ ਦੂਜੇ ਪਾਸੇ ਜਿਹੜੇ ਪਰ ਪਰਿਵਾਰ ਵਿੱਚ ਨੇ, ਉਹਨਾਂ ਵਿੱਚ ਵੀ ਇਹੀ ਚੀਜ਼ਾਂ ਕੰਮ ਕਰਦੀਆਂ ਨੇ। ਜਦੋਂ ਪ੍ਰੇਮ ਪਦਾਰਥ ਕੰਮ ਕਰੇਗਾ ਨਾ, ਫਿਰ ਰੁੱਸੇਵਾਂ ਹੋ ਹੀ ਨਹੀਂ ਸਕਦਾ। ਫਿਰ ਗੁੱਸੇ ਕਿਹਦੇ ਨਾਲ ਹੋਗੇ? ਪ੍ਰੇਮੀ ਵਿਅਕਤੀ ਕਦੇ ਗੁੱਸੇ ਨਹੀਂ ਹੋ ਪਾਏਗਾ। ਤੁਸੀਂ ਗੁੱਸੇ ਵੀ ਹੋਗੇ ਤੇ ਉਹ ਜੇ ਬੋਲ ਨਹੀਂ ਪਾਏਗਾ ਤੇ ਰੋਣ ਲੱਗ ਪਏਗਾ। ਆਪਣੇ ਪਰਿਵਾਰਾਂ 'ਚ ਵੇਖ ਲੈਣਾ, ਅਗਰ ਇੱਕ ਦੂਜੇ ਦੇ ਨਾਲ ਪ੍ਰੇਮ ਹੈ ਤੇ ਇੱਕ ਗੁੱਸੇ ਹੋ ਗਿਆ ਤੇ ਦੂਜਾ ਕੋਈ ਜਵਾਬ ਤੇ ਨਹੀਂ ਦੇ ਪਾ ਰਿਹਾ, ਪਰ ਰੋਣ ਲੱਗ ਪਏਗਾ। ਕਈ ਵਾਰ ਉਹਦਾ ਰੋਣਾ, ਉਹਦਾ ਗੱਚ ਭਰ ਜਾਣਾ, ਉਹਦਾ ਚੁੱਪ ਕਰ ਜਾਣਾ, ਇਹ ਦਰਸਾ ਦਿੰਦਾ ਕਿ ਤੁਹਾਨੂੰ ਪ੍ਰੇਮ ਕਰਦਾ ਹੈ। ਕਿਉਂਕਿ ਸਾਨੂੰ ਇਹ ਸਮਝ ਨਹੀਂ ਹੁੰਦੀ, ਅਸੀਂ ਇਹਨੇ ਗਹਿਨ ਚਿੰਤਨ 'ਚ ਨਹੀਂ ਹੁੰਦੇ, ਆਪ ਉਸ ਮੰਡਲਾਂ ਦੇ ਧਾਰਨ ਹੀ ਨਹੀਂ, ਜਿਸ ਕਰਕੇ ਉਹਦੀ ਸਮਝ ਵੀ ਨਹੀਂ ਹੁੰਦੀ। ਗੁਰਦੇਵ ਕਿਰਪਾ ਕਰਨ, ਸਾਨੂੰ ਗਿਆਨ ਵੀ ਮਿਲੇ। ਜਨਮ ਤੇ ਮਿਲ ਚੁੱਕਾ ਹੈ, ਸਾਨੂੰ ਗਿਆਨ ਵੀ ਮਿਲੇ ਅਤੇ ਪ੍ਰੇਮ ਵੀ ਮਿਲੇ। ਅਤੇ ਗਿਆਨ ਅਤੇ ਪ੍ਰੇਮ ਜਿਹਦੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ, ਉਸ ਦੀ ਬੁੱਕ ਵਿੱਚ ਪ੍ਰਸ਼ਾਦ ਵਜੋਂ ਨਾਮ ਪ੍ਰਾਪਤ ਹੋ ਜਾਂਦਾ। ਅੱਜ ਜਿਵੇਂ ਅਸੀਂ ਆ ਪ੍ਰਸ਼ਾਦ ਪ੍ਰਾਪਤ ਕਰਨਾ ਨਾ, ਜਦੋਂ ਪ੍ਰਸ਼ਾਦ ਵਰਤਾਣੇ ਵਾਲੇ ਦੇ ਕੋਲ ਜਾਂਦੇ ਹਾਂ, ਭਾਵੇਂ ਕਿਤਨੇ ਅਮੀਰ ਅਤੇ ਤਕੜੇ ਵਿਅਕਤੀ ਹੋ ਕਿਉਂ ਨਾ ਹੋਵੋ, ਦੋਨੋਂ ਹੱਥ ਜੋੜ ਕੇ ਬੁੱਕ ਕਰਨਾ ਪੈਂਦਾ ਹੈ ਨਾ। ਪ੍ਰਸ਼ਾਦ ਵਰਤਾਉਣ ਵਾਲਾ ਸਾਡੇ ਕੋਲ ਚੱਲ ਕੇ ਆਉਂਦਾ ਹੈ, ਨਾ ਤਾਂ ਸਾਡੀ ਉਹ ਜਾਤ ਵੇਖਦਾ, ਨਾ ਸਾਡੀ ਉਮਰ ਵੇਖਦਾ, ਨਾ ਸਾਡੀ ਵਿਦਿਆ ਦੇਖਦਾ ਹੈ। ਬਸ ਪ੍ਰਸ਼ਾਦ ਵਾਹਿਗੁਰੂ ਬੋਲਦਾ ਅਤੇ ਅਸੀਂ ਸਾਰਾ ਕੁਝ ਛੱਡ ਕੇ ਬੁੱਕ ਕਰ ਲੈਂਦੇ ਹਾਂ। ਅਸੀਂ ਉਹਦਾ ਚਿਹਰਾ ਨਹੀਂ ਦੇਖਦੇ ਕੌਣ ਹੈ। ਕਈ ਵਾਰ ਵੇਖਿਆ ਕਈਆਂ ਦੇ ਹੱਥਾਂ 'ਚ ਬੜੀ ਕੀਮਤੀ ਵਸਤੂ ਹੁੰਦੀ ਹੈ, ਸ਼ਾਇਦ ਉਹਦੀ ਕੀਮਤ ਲੱਖਾਂ ਰੁਪਏ 'ਚ ਹੋ ਸਕਦੀ ਹੈ, ਪਰ ਪ੍ਰਸ਼ਾਦ ਵਾਲਾ ਪਹੁੰਚ ਗਿਆ ਅਤੇ ਯਕਦਮ ਉਸ ਕੀਮਤੀ ਵਸਤੂ ਨੂੰ ਜ਼ਮੀਨ 'ਤੇ ਧਰ ਦਿੰਦਾ ਹੈ ਅਤੇ ਪ੍ਰਸ਼ਾਦ ਲੈਂਦਾ, ਕਿ ਉਹਨੂੰ ਪਤਾ ਹੈ ਕਿ ਜੋ ਗੁਰੂ ਕਾ ਪ੍ਰਸਾਦ ਹੈ, ਇਹਦੀ ਵੈਲਿਊ ਬਹੁਤ ਜ਼ਿਆਦਾ ਹੈ। ਇਹ ਸਮਝਦੇ ਗੁਰਸਿੱਖ ਨੂੰ। ਇਸੇ ਕਰਕੇ ਕਈ ਵਾਰ ਅਸੀਂ ਵੇਖਿਆ ਹੱਥ ਵਿੱਚ ਬਹੁਤ ਮਹਿੰਗੀਆਂ ਮਹਿੰਗੀਆਂ ਵਸਤੂਆਂ ਗੁਰਸਿੱਖਾਂ ਦੇ ਹੱਥਾਂ 'ਚ ਹੁੰਦੀਆਂ, ਅਤੇ ਬੈਠੇ ਨੇ ਪ੍ਰਸ਼ਾਦ ਵਰਤਾਉਣਾ, ਕਹਿੰਦਾ ਵਾਹਿਗੁਰੂ, ਬਸ ਇੰਨੀ ਆਵਾਜ਼ ਸੁਣਦਿਆਂ ਹੀ ਉਹ ਹੱਥਲੀ ਵਸਤੂ ਨੂੰ ਜ਼ਮੀਨ 'ਤੇ ਧਰ ਦਿੰਦਾ। ਜੇ ਸਮਝ ਹੈ ਨਾ, ਤਾਂ ਇਸੇ ਤਰ੍ਹਾਂ ਚੇਤਾ ਰੱਖੀਏ, ਜਿਵੇਂ ਇਹ ਬਾਹਰਲੇ ਦੋਨੋਂ ਹੱਥ ਜੁੜਦੇ ਨੇ ਅਤੇ ਬੁੱਕ ਬਣਦਾ ਹੈ ਅਤੇ ਪ੍ਰਸਾਦ ਪੈਂਦਾ ਹੈ। ਗਿਆਨ ਦੇ ਹੱਥ ਦੇ ਨਾਲ ਜਦੋਂ ਪ੍ਰੇਮ ਦਾ ਹੱਥ ਜੁੜੇਗਾ ਅਤੇ ਨਾਮ ਪ੍ਰਸਾਦ ਪ੍ਰਾਪਤ ਹੋ ਜਾਏਗਾ। ਨਾਮ ਕਿਰਪਾ ਦੇ ਰੂਪ 'ਚ ਪ੍ਰਾਪਤ ਹੋ ਜਾਏਗਾ, ਨਾਮ ਦਾਨ ਦੇ ਰੂਪ 'ਚ ਸਾਨੂੰ ਪ੍ਰਾਪਤ ਹੋ ਜਾਏਗਾ। ਅਤੇ ਜੇ ਨਿਰਾ ਗਿਆਨ ਹੋਇਆ ਤਦ ਵੀ ਨਾਮ ਨਹੀਂ ਮਿਲੇਗਾ, ਅਤੇ ਨਿਰਾ ਪ੍ਰੇਮ ਵੀ ਗਿਆਨ ਤੋਂ ਸੱਖਣਾ ਭਟਕ ਜਾਂਦਾ ਹੈ। ਇਸੇ ਕਰਕੇ ਬਹੁਤ ਸਾਰੇ ਪ੍ਰੇਮੀ ਜਨ ਅੰਧ ਵਿਸ਼ਵਾਸਾਂ ਦੇ ਰਾਹਾਂ 'ਤੇ ਉਲਝ ਕੇ ਰਹਿ ਜਾਂਦੇ ਨੇ, ਗਿਆਨ ਤੋਂ ਹੀਣੇ ਹੋ ਜਾਂਦੇ ਨੇ, ਗਿਆਨ ਪ੍ਰਾਪਤ ਨਹੀਂ ਹੁੰਦਾ। ਪ੍ਰੇਮ ਦੇ ਧਾਰਾ 'ਚ ਰੁੜਦੇ 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 ਪਤਾ ਲੱਗਦਾ ਗਲਤ ਪਾਸੇ ਚਲੇ ਗਏ, ਇੰਨੀ ਦੂਰ ਜਾ ਨਿਕਲਦੇ ਨੇ ਕਿ ਉੱਥੋਂ ਵਾਪਸ ਆਉਣਾ ਦਾ ਮੁਸ਼ਕਿਲ ਹੋ ਜਾਂਦਾ ਹੈ। ਗੁਰੂ ਨਾਨਕ ਨੇ ਇਸੇ ਕਰਕੇ ਗਿਆਨ ਅਤੇ ਪ੍ਰੇਮ ਨੂੰ ਸੰਮਿਲਿਤ ਕੀਤਾ। ਅੱਜ ਕਹਿਣ ਲੱਗੇ ਭਾਈ, ਜਨਮ ਪਦਾਰਥ ਪ੍ਰਾਪਤ ਹੋਇਆ ਅਤੇ ਜਨਮ ਪਦਾਰਥ ਪਾ ਕੇ ਇੱਕ ਦਾ ਮਤਲਬ ਬੰਦਾ ਬਹੁਤ ਸਾਰੇ। ਆ ਗੁਰਬਾਣੀ 'ਚ ਆਪ ਸਕਰੀਨਾਂ 'ਤੇ ਵੇਖਦੇ ਹੋ ਨਾ, ਇੱਕ ਈੜੀ ਸਿਹਾਰੀ ਅਤੇ ਕੱਕਾ ਮੁਕਤਾ ਦਾ ਮਤਲਬ ਹੈ ਇੱਕ। ਜਦੋਂ ਕੱਕੇ ਨੂੰ ਲੱਗਾ ਹੁੰਦਾ ਹੈ ਔਂਕੜ, ਹੈ ਇੱਕ ਪਰਮਾਤਮਾ, ਜੋ ਦਾ ਬਦਲਾਵ ਨਹੀਂ ਹੈ, ਜਿਸ ਦੇ ਬਦਲੇ 'ਚ ਦੂਜਾ ਕੋਈ ਨਹੀਂ ਹੈ। ਅਤੇ ਜਦੋਂ ਕੱਕੇ ਨੂੰ ਵੀ ਸਿਹਾਰੀ ਲੱਗੀ ਹੋਵੇ, ਉਹਦਾ ਮਤਲਬ ਹੁੰਦਾ ਬਹੁਤ ਸਾਰੇ, ਕਈ। ਇੱਥੇ ਹੈ ਇੱਕ ਸਿਹਾਰੀ ਨਾਲ। ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ, ਇੱਕ ਦਾ ਮਤਲਬ ਹੈ ਬਹੁਤ ਸਾਰੇ, ਬੜੇ ਪਿਆਰੇ ਜੀ ਨੇ, ਸੱਚ ਲੱਗੇ ਵਾਪਾਰਾ। ਅੱਜ ਜਿੰਨੇ ਗੁਰਮੁਖ ਸੰਤ ਭਗਤ ਨੇ ਪ੍ਰਭੂ ਦੀ ਬੰਦਗੀ ਕਰ ਰਹੇ ਨੇ, ਸੱਚ ਦੇ ਵਪਾਰ 'ਚ ਲੱਗੇ ਨੇ। ਇਹ ਠੀਕ ਹੈ ਕਿ ਸਫਲਤਾ ਕਦੋਂ ਮਿਲੇਗੀ ਉਹਨਾਂ ਨੂੰ, ਪਰ ਵਪਾਰੀ ਸੱਚ 'ਤੇ ਹੀ ਨੇ। ਆਹ ਵੇਖਦੇ ਨਾ, ਬਹੁਤ ਸਾਰੇ ਜੀ ਵਪਾਰ ਖੇਤੀ 'ਚ ਨੇ, ਬਹੁਤ ਸਾਰੇ ਖੇਤੀ 'ਚ ਨੇ। ਸਫਲਤਾ ਕਿਹਨੂੰ ਮਿਲਦੀ ਹੈ ਇਹ ਅਸੀਂ ਗੱਲ ਨਹੀਂ ਕਰ ਰਹੇ ਇੱਥੇ, ਪਰ ਕੰਮ 'ਤੇ ਕਰ ਰਿਹਾ ਨਾ, ਵਪਾਰ 'ਤੇ ਕਰ ਰਿਹਾ ਨਾ, ਮਿਹਨਤ 'ਤੇ ਕਰ ਰਿਹਾ ਨਾ।
जे रस्ता ठीक है तो मंजिल तो मिलेगी ना, ठीक है थोड़ी देर सवेर हो जाएगी। महाराज कहने लगे जे बहुत सारे प्यारे वो ने जिन्होंने समझ आ गई कि अंदर निधान है, साढ़े अंदर निधान है जो सच स्वरूप है, साढ़े अंदर करते ने सच पाया, असां जीवन दे विच सच संभालना है, सच की संभाल करदे पता लगा है सब कुछ घर में बाहर नाही, सब कुछ घर में है, तो फिर अंदरले सच नूं प्राप्त करने वास्ते लोग यतनशील हो जाते हैं। उन्होंने गुरमुख कहिए, उन्होंने संत कहिए, उन्होंने भगत कहिए, उन्होंने जिग्यासू कहिए, कुछ भी कह दिओ, जिहड़ा अपने अंदरले सच नूं करते की बरकत नूं प्राप्त करने यतनशील हो के गुरु नानक आज उसनूं तीसरे पातशाह दे रूप च व्यापारी कहते हैं, वो सच के व्यापार च लग गया। तो सच का व्यापार की करेगा, दुनिया दे वस्तुआं छड्डदा जाएगा तो सच नूं ग्रहण करता जाएगा। असीं कदे कदे व्यापारियों ने वेख्या जो फिर के फेरियां लाउंदे ने, आ मंडियां च आपने वेख्या होना व्यापारी आउंदे ने, तमाम किसान लोग या बेचण वाले अपने अपने अनाज जिनस वस्तुओं की ढेरियां ला के बैठे होंदे ने भाई, तो सियाणा व्यापारी आउंदा है, दाने चार चुकदा परखदा है, कीमत पाउंदा है, परखदा है, अगला मुੱਲ मंगदा है भी इन्ना ची वेचांगा, कहंदा नहीं मैनूं पसंद नहीं आया, क्यों तेरी क्वालिटी ठीक नहीं, तू मुफ्त भी देवे नहीं लैंदा। व्यापारी सियाणा वो है जो क्वालिटी मेनटेन कर लैंदा है। अब संसार के व्यापार विच भी अगर क्वालिटी मेनटेन हो जाती तो टिके रहिंदे, तो जो क्वांटिटी के चक्कर च पै गया तो उलझ के रह जाता है। पर संसार के नियम ने, सियाणा व्यापारी क्वालिटी मेनटेन करता, सियाणा सुगड़ मनुख शुभ गुणां नूं धारण करता। सानू रहस विच महाराज ने कहा सांझ करी जाए गुणा केरी, जिथे भी चले जाओ गुणा नाल सांझ करना, गुणा का व्यापार करना, अवगुण छाड़ने ते गुण ग्रहण करने। सांझ करी जाए गुण केरी, छोड़ अवगण चलिए, पहरे पटंबर कर अडंबर, आपनड़ा पिड़ मलिए, जिथे जाए बहिए भला कहिए। जिथे भी किते बैठन का जान आउण का वक़्त मिले भला ही बोलना, भला ही करना। जिथे जाए बहिए भला कहिए, झोल अमृत पी जाए। झोल का मतलब बंदा उत्ते काई ते बूर नूं परां कर दे। तैनूं पता है थले निर्मल जल है। अज लोग बुजुर्गों का वक़्त जिहड़ा तो कई सौ साल पुराना है, लोग दरियावां तो तालाबां तो पानी भरते लैंदे ते पानी बूर हुंदा उत्ते उहनूं परां कर देंदे, पिछों थले निर्मल जल भर लैंदे, झोलना कहंदे परां करके। झोल अमृत पी जाए। महाराज कहने लगे फिर ही व्यापारी सच के व्यापार च लग पे। सानू क्या गया है, आपने तो पढ़िया होना सवेरे सवेरे, इत्थे आयो व्यापार करना है, हट खुले नहीं ना है। वेद ग्रंथ गुर हट हैं, भाई साहब गुरदास भी कहते ने, जिन्ने धर्म पुस्तक ने, जिन्ने परमात्मा की बंदगी के नां ते ग्रंथ ने, सब हटियां ने गुर पर करते दियाँ। और अगे जाके तो बचन एक पढ़ने असी, और बाणी बड़ा प्यारा बचन है, दोए दीवे 14 हट नाले, खुले हट हुआ व्यापार, जो पहुँचे सो चलन हार। असीं इत्थे आए हाँ, चले तो जाना है ना, फिर चले जाना, फिर व्यापार करके देने। हट खुले है ना, इस हट्टी च आउण दा वक़्त मिलिया, तो इस हट्टी विच की करना है। व्यापारी कुछ बेचता है तो कुछ खरीदता है, तां व्यापार कामयाब है ना। कुछ बेचेगा भी तो कुछ खरीदेगा भी। सानू की इत्थे आइए, महाराज कहते ने दुख पर हर, तू इत्थे दुख छड्ड, सुख घर ले जाए। तो इत्थे दुख छड्डेगा तां सुख मिलेगा। असीं दुख नूं छड्ड नहीं पा रहे। असीं मनोविग्यान पढ़ते जिहड़े सियाणे आप जी वेख्या होना है, असीं दुख नूं छड्ड नहीं पा रहे। असीं दुख नूं पकड़ के बैठे हैं। कदे भी गल करके देखिए, अपने अतीत च वरती हुई किसी घटना नूं असीं छड्ड नहीं पाए। जदों भी गल करते हैं, अतीत की गल करते हैं, पिछे की गल करते हैं, दुख सी असीं छड्ड नहीं पा रहे। तो सियाणे मनदे ने जिसनूं बार बार असीं दोहराते रहांगे उसकी पुनरावृत्ति होंदी रहेगी, वो बार बार बदल बदल के तुहाडे सामने आउंदा रहेगा। इसे करके सियाणे की कहते हैं, गल छड्डो, गल मुका दिओ, मिट्टी पा दिओ। भाव जो दुख की घटना आई मिट्टी पा दे, छड्ड, अगां चल। आगे संभल चलो नंद लाला, पाछै जो बीती सो बीती। पाछै भोग जे भोगवै,
तिनको गुड़ लै खाए। पिछे जो कुछ कर बैठा मुका उन्होंने, तो अगे चला गाहां को तरांग। तो महाराज कहने लगे फिर व्यापार करना। बहुत सारे प्यारे ते कर रहे ने, तू भी करया कर सच का व्यापार। अवगुण त्याग दिया कर, झूठ तेरे आले दुआले हुए छड्ड दिया कर, ना चुक लई ना ग्रहण करी, सच ग्रहण करया कर। महाराज किद्दां करया करिए, सानू नहीं पता लगता भी सच की है। कहने लगे काम करो सतगुरु सेवन अपना। वो गुरमुखे कर रहे ने, जो सच के व्यापार च लगे ने, वो एक किरत करते हैं। सतगुर सेवन अपना, अपने सतगुरु की सेवा च लग गए ने। अज सतगुरु की सेवा च की करना, जो अदों पुराने बजुर्ग करते सन वो भी सेवा करते सन। कोई हथीं सेवा करता सी, कोई तन करके करता सी, कोई मन करके करता सी, कोई धन करके करता सी। सेवा दे तो तीन ही पक्ष ने ना, चौथा पक्ष तो है नहीं भी जिन्हों का तन शरीर बलवान है वो इत्थे सफाइयाँ कर सकते हैं, लंगर की सेवा कर सकते हैं। बहुत सारे होर काम ने जो शारीरिक तौर पर किए जा सकते हैं, उदों भी किए जाते सन। बस थोड़ा जिहा फर्क बदल जाता है। उदों पखा फेरिया जाता सी, हुण पखा नहीं फेरन की लोड़। उदों पानी ढोया जाता सी, हुण पानी ढोण की लोड़ नहीं, क्योंकि बिजली ने सेवा लै ली है। होर बहुत सारे कार विहार ने जो शारीरिक तौर पर किए जाते हैं। इस तरह मन के कार विहारां च कोई बदलाव होया ही नहीं। उदों भी गुरबाणी लिख पोथियां सी, बस हुण लिखण की लोड़ नहीं। पोथियां तो उत्थे खड़ी आ ना, पढ़ना पढ़ाना विचारना, सही उपदेश प्राप्त करना तो सही गल दूजिਆਂ तक पहुँचावनी, कि मन का काम रहे सदियां तो रहे अज भी है। हर का नाम ध्याए सुन सब नानो करदान। तो भाई धन की सेवा भी सदियां तो उस पद्धर ते रही है, धन की सेवा अज भी उस पद्धर ते है। जदों भी किते खर्चना तो वरतना सावधानी तो सुचेतता दे नाल वरतना कि सकारथा जाए। इत्थे ये गाहे बगाहे टिप्पणी ने की करिए कित्थे खर्चीए ने। जिथे भी सकारथा होवे, जिथे ज़रूरत होवे उत्थे ज़रूर खर्चिया जाए। और एक सतगुर की सेवा, ये सिमत कहने सतगुर की सेवा सफल है जे को करे चित लाए। जे कोई चित ला के सेवा करता, पर इतना चेता रखे कि जो कुछ भी करते हैं बत्ती चट्टी ना भरीए, मजबूरी वश ना करिए, प्रेम ना करिए। अंदर की रखना है। सेवा तो कर लग पे, ठीक है, तन करके कर ली, किसी मन करके कर ली, किसी ने धन करके कर ली, पर ख्यालों की होवे। कहने लगे महाराज अंतर शब्द अपारा। ख्याल दे विच शब्द होवे, विचार दे विच तेरे शब्द होवे। सेवा तन मन धन करके कर रहे हो, पर चिंतन गुरु शब्द का होवे। ख्यालों दे विच गुरु होवे, मैं गुरु नूं समर्पित होकर कर रहा, गुरु का हुक्म है, गुरु की बख्शिश है, ये गुरु करके कर रहे हैं। किस तरह होवे? अंतर शब्द अपारा। हिरदे विच शब्द वसा के रखना। तो हिरदे शब्द वसाउण दी इक्को तरकीब है। कोई गुरु की पौड़ी, गुरु का बचन, गुरु का शब्द याद हो जाए, उसनूं समझ लईए तो समझ के उत्ते पहरा देन लग पईए। तो कहाँ रटनियाँ इन्नियां कीमती नहीं होंदियां जितनियां समझनियां कीमती होंदियां। पहले ठीक है, याद करना चंगी गल है, पर शब्द सुने, शब्द पढ़े, समझ आ गया तो कम से कम अज का दिन तो इसनूं वरतन की कोशिश करिए। संध्या के वेले तक अरदास कर सच्चे पातशाह, जितना को हो सकिया ईमानदारी नाल मैं इतना ही कर सकता हाँ, इतना मैथों हो गया, अगे आप जानते हो। अंतर शब्द अपारा, हर नाम प्यारा। तो प्यार किहदे नाल करिए? वाहिगुरू जी के नाम दे नाल। मनिया जाता है जिहड़ा वाहिगुरू जी दे नाल प्यार कर लैंदा, जुड़ जाता है, फिर संसार उसनूं प्यार करन लग पैंदा है। जो हर का प्यारा सो सबना का प्यारा हो जाता है ना। कहने लगे हरनाम प्यारा, नतीजा की है नामे नाव नित पाई। इस नाम दे सदके ही जो खजाना कह रहे ने तेरे अंदर नाम का खजाना है, वो सदके तेनों बेअंत पदार्थ, नौन का मतलब होंदा सारे खजाने बख्शिशां प्राप्त हो जांदियां ने। पर साडे च बहुत हालत की है, मनमुख माया मोह व्यापे। मन की मर्जी करने वाले बंदे माया के लालच विच फसे पए ने, ते माया के लालचां दे करके इधर उधर भटक जाते हैं। मनमुख माया मोह व्यापे, ते नतीजा दुख संतापे। दुख दे सदके संतापित होए ने, परेशान ने, दूजे पत गवाई। दूजे का मतलब होंदा एक करता पुरख नूं छड्ड के इधर उधर भटक गए तो इज्जतां गवा बैठे ने, बेपत होंदे ने। दूजा
पत गवाई। महाराज के काम करो हउमै मार सच शब्द समाणे। ਜਿਹੜੇ ਗੁਰਮੁਖ ਜਨ ਨੇ ਹਉਮੈ ਨੂੰ ਮਾਰ ਲਿਆ ਹੈ, ਹਉਮੈ ਨੂੰ ਮਾਰ ਕੇ ਸੱਚੇ ਵਾਹਿਗੁਰੂ ਜੀ ਦੇ ਸੱਚੇ ਸ਼ਬਦ ਵਿੱਚ ਸਮਾਈ ਹੁੰਦੀ ਹੈ। ਯਾਦ ਰੱਖਣਾ, ਜਿੰਨਾ ਚਿਰ ਸਾਡੀ ਹਉਮੈ ਨਸ਼ਟ ਨਹੀਂ ਹੁੰਦੀ, ਹਉਮੈ ਨਹੀਂ ਮੁੱਕਦੀ, ਉਹਨਾਂ ਚਿਰ ਸਾਡੀ ਸਮਾਈ, ਸਾਡੀ ਚੇਤਨਾ ਦੀ, ਸਾਡੀ ਸੁਰਤ ਦੀ ਸਮਾਈ ਸ਼ਬਦ ਵਿੱਚ ਨਹੀਂ ਹੋਣੀ। ਮਹਾਰਾਜ ਕਹਿੰਦੇ ਕਿ ਸੱਚ ਰਤੇ ਅਧਿਕਾਈ, ਉਹ ਸੱਚ ਵਿੱਚ ਜੁੜ ਜਾਂਦੇ ਨੇ। ਪ੍ਰੇਮ ਦੇ ਸਦਕੇ ਨਾਨਕ ਮਾਨਸ ਜਨਮ ਦੁਰਲਭ ਹੈ। ਸਮਝ ਆ ਜਾਂਦੀ ਹੈ ਉਹਨਾਂ ਦੇ। ਮਹਾਰਾਜ ਦੀ ਗੱਲ ਸਮਝ ਆ ਜਾਏ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕੇ ਕਿ ਮਨੁੱਖਾ ਜਨਮ ਦੁਰਲਭ ਹੈ, ਸਤਿਗੁਰੂ ਬੂਝ ਬੁਝਾਈ। ਇਹ ਗੁਰੂ ਸਾਹਿਬ ਨੇ ਸਾਨੂੰ ਸਮਤ ਦ੍ਰਿੜ ਕਰਾਤੀ, ਬੂਝਾ ਦਿੱਤਾ ਹੈ, ਸਮਝਾ ਦਿੱਤਾ ਹੈ ਕਿ ਮਨੁੱਖਾ ਜਨਮ ਅਮੁੱਲਕ ਹੈ ਭਾਈ। ਇਹ ਹੋਤ ਨ ਬਾਰੰਬਾਰ, ਇਹ ਬਾਰ-ਬਾਰ ਨਹੀਂ ਜੇ ਮਿਲਦਾ, ਇੱਕ ਵਾਰ ਪ੍ਰਾਪਤ ਹੋਇਆ ਅਤੇ ਇਸ ਨੂੰ ਸਫਲਾ ਕਰ ਸਕੀਏ। ਗੁਰਦੇਵ ਕਿਰਪਾ ਕਰਨ ਅਸੀਂ ਆਪਣੇ ਮਾਨੁਖ ਜਨਮ ਨੂੰ ਸਫਲ ਕਰ ਸਕੀਏ। ਮਨੁੱਖਾ ਜਨਮ ਦੇ ਜੋ ਸਾਡੇ ਉਦੇਸ਼ ਨੇ, ਔਰ ਮਨੁੱਖਾ ਜਨਮ ਦਾ ਸਾਡਾ ਸਭ ਤੋਂ ਵੱਡਾ ਉਦੇਸ਼ ਕਿ ਉਹ ਸਚਿਆਰਾ ਹੋਈ ਹੈ, ਕਿ ਉਹ ਕੂੜਾ ਟੁੱਟੇ ਪਾਲ ਨੂੰ ਪ੍ਰਾਪਤ ਕਰ ਸਕੀਏ। ਇਤਨੇ ਕੁ ਅੱਜ ਬਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਸੇਵਕ ਪਰਿਵਾਰ ਵੱਲੋਂ ਸ਼੍ਰੀ ਸਹਿਜ ਪਾਠ ਦੀ ਸਮਾਪਤੀ ਦੀ ਬੇਨਤੀ ਹੈ। ਆਓ ਰਲ ਕੇ ਸਾਰੀ ਸਤ ਸੰਗਤ ਸ਼ਲੋਕ ਮਹਿਲਾ 9 ਦਾ ਪਾਠ ਰਲ ਕੇ ਆਪਾਂ ਪਾਠ ਦਰਸ਼ਨ ਕਰ ਸਕੀਏ ਜੀਓ। ਵਾਹਿਗੁਰੂ ਸਾਹਿਬ ਜੀਓ, ਮਾਇਆ ਮਨ ਹੋ ਨ ਵਿਸਰੈ,